ਆਪ ਸਭ ਨੂੰ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਪਿਛਲੀ ਵੀਡੀਓ ਦੇ ਵਿੱਚ ਜਿਵੇਂ ਕਿ ਅਸੀਂ ਗੱਲ ਕਰੀ ਸੀ, ਨਾਮ ਸ਼ਬਦਾਂ ਦੇ ਵਿੱਚ ਵਿਕਾਰ ਵਚਨ, ਲਿੰਗ ਅਤੇ ਕਾਰਕ ਦੇ ਕਾਰਨ ਆਉਂਦਾ ਹੈ। ਭਾਵ ਨਾਮ ਸ਼ਬਦ ਵਚਨ, ਲਿੰਗ ਅਤੇ ਕਾਰਕ ਦੇ ਕਰਕੇ ਬਦਲ ਜਾਂਦੇ ਹਨ। ਜੇ ਅਸੀਂ ਵਚਨ ਦੀ ਗੱਲ ਕਰੀਏ ਤਾਂ ਵਚਨ ਇੱਕ ਵਚਨ ਤੋਂ ਬਹੁਵਚਨ ਰੂਪ ਦੇ ਵਿੱਚ ਬਦਲ ਜਾਂਦਾ ਹੈ। ਇਹ ਨਾਮ ਸ਼ਬਦਾਂ ਦੇ ਵਿੱਚ ਵਿਕਾਰ ਹੈ। ਵਚਨ ਤੋਂ ਸੰਬੰਧਿਤ ਪ੍ਰਸ਼ਨ ਹਰ ਲੈਵਲ ਦੀਆਂ ਪ੍ਰੀਖਿਆਵਾਂ ਦੇ ਵਿੱਚ ਪੁੱਛਿਆ ਜਾਂਦਾ ਹੈ। ਕੋਈ ਸ਼ਬਦ ਦੇ ਕੇ ਉਸ ਦਾ ਵਚਨ ਬਦਲਣਾ ਜਾਂ ਕੋਈ ਸ਼ਬਦ ਦੇ ਕੇ ਉਸ ਦਾ ਵਚਨ ਪੁੱਛਣਾ। ਤਾਂ ਵਚਨ ਬਦਲਣ ਤੋਂ ਸੰਬੰਧਿਤ ਕੁਝ ਨਿਯਮ ਹਨ, ਜਿਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਅਸੀਂ ਵਚਨ ਬਦਲਣ ਵਾਲਾ ਪ੍ਰਸ਼ਨ ਸਹੀ ਕਰ ਸਕਦੇ ਹਾਂ ਅਤੇ ਸਾਡੀ ਗਲਤੀ ਦੀਆਂ ਸੰਭਾਵਨਾਵਾਂ ਬਿਲਕੁਲ ਘੱਟ ਜਾਂਦੀਆਂ ਹਨ। ਪਰੰਪਰਾਈ ਵਿਆਕਰਨਾਂ ਵਿੱਚ ਵਚਨ ਦਾ ਆਧਾਰ ਮੁੱਖ ਰੂਪ ਤੋਂ ਗਿਣਤੀ ਨੂੰ ਹੀ ਮੰਨਿਆ ਗਿਆ ਹੈ। ਇੱਕ ਤੱਕ ਦੀ ਗਿਣਤੀ ਦੇ ਲਈ ਇੱਕ ਵਚਨ ਅਤੇ ਇੱਕ ਤੋਂ ਜ਼ਿਆਦਾ ਦੀ ਗਿਣਤੀ ਦੇ ਲਈ ਬਹੁਵਚਨ। ਪੰਜਾਬੀ ਸ਼ਬਦਾਵਲੀ ਦੇ ਵਚਨ ਪਰਿਵਰਤਨ ਲਈ ਉਸ ਸ਼ਬਦ ਦੇ ਲਿੰਗ ਯਾਨੀ ਕਿ ਪੁਲਿੰਗ, ਇਸਤਰੀ ਲਿੰਗ ਦੇ ਬਾਰੇ ਪਤਾ ਹੋਣਾ ਜ਼ਰੂਰੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਵਚਨ ਬਦਲੀ ਦੇ ਜੋ ਨਿਯਮ ਹਨ ਉਹ ਪੁਲਿੰਗ ਸ਼ਬਦਾਵਲੀ ਦੇ ਲਈ ਵੱਖ ਹਨ ਅਤੇ ਇਸਤਰੀ ਲਿੰਗ ਸ਼ਬਦਾਵਲੀ ਦੇ ਲਈ ਵੱਖ ਹਨ। ਇਸ ਲਈ ਵਚਨ ਬਦਲਦੇ ਸਮੇਂ ਜਿਸ ਸ਼ਬਦ ਦਾ ਵਚਨ ਬਦਲਿਆ ਜਾ ਰਿਹਾ ਹੈ ਉਸ ਦੇ ਇਸਤਰੀ ਲਿੰਗ ਜਾਂ ਪੁਲਿੰਗ ਹੋਣ ਦੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਵੈਸੇ ਤਾਂ ਲਿੰਗ ਬਦਲੀ ਦੇ ਕੋਈ ਨਿਸ਼ਚਿਤ ਨਿਯਮ ਨਹੀਂ ਹਨ। ਅਭਿਆਸ ਅਤੇ ਅਭਿਆਸ ਹੀ ਇੱਕਮਾਤਰ ਸਾਧਨ ਹੈ ਜਿਸ ਦੇ ਰਾਹੀਂ ਅਸੀਂ ਪੰਜਾਬੀ ਸ਼ਬਦਾਵਲੀ ਦੇ ਲਿੰਗ ਬਾਰੇ ਜਾਣਕਾਰੀ ਪ੍ਰਾਪਤੀ ਕਰ ਸਕਦੇ ਹਾਂ। ਪਰ ਫਿਰ ਵੀ ਕੁਝ ਅਜਿਹੇ ਨਿਯਮ ਹਨ, ਸ਼ਬਦ ਜੋੜਾਂ ਦੇ ਬਾਰੇ ਅਗਰ ਸਾਨੂੰ ਪਤਾ ਹੋਵੇ ਤਾਂ ਲਿੰਗ ਬਦਲੀ ਕਰਦੇ ਹੋਏ ਸਾਡੀਆਂ ਗਲਤੀਆਂ ਹੈ ਜਿਹੜੀਆਂ ਉਹ ਘੱਟ ਜਾਂਦੀਆਂ ਹਨ। ਇਸੇ ਹੀ ਲੜੀ ਦੇ ਅਧੀਨ ਤੁਹਾਨੂੰ ਸ਼ਬਦ ਜੋੜਾਂ ਤੋਂ ਸੰਬੰਧਿਤ ਇੱਕ ਨਿਯਮ ਅਖੀਰ ਦੇ ਵਿੱਚ ਦੱਸਿਆ ਜਾਊਗਾ। ਮੈਂ ਫਿਰ ਤੋਂ ਦੁਹਰਾ ਦਿਆਂ ਕਿ ਲਿੰਗ ਬਦਲੀ ਦੇ ਕੋਈ ਨਿਸ਼ਚਿਤ ਨਿਯਮ ਨਹੀਂ ਹਨ ਜੋ ਕਿ ਹਰ ਪ੍ਰਕਾਰ ਦੀ ਇੱਕ ਸ਼੍ਰੇਣੀ ਦੀ ਸ਼ਬਦਾਵਲੀ ਦੇ ਉੱਤੇ ਲਾਗੂ ਹੋਵੇ, ਪਰ ਫਿਰ ਵੀ ਕੁਝ ਅਭਿਆਸ ਇਸ ਤਰੀਕੇ ਦੇ ਹਨ ਜਿਨ੍ਹਾਂ ਦੇ ਰਾਹੀਂ ਅਸੀਂ ਇਹ ਪ੍ਰਸ਼ਨ ਸਹੀ ਕਰ ਸਕਦੇ ਹਾਂ। ਮੁੱਖ ਰੂਪ ਤੋਂ ਪੰਜਾਬੀ ਸ਼ਬਦਾਵਲੀ ਦੇ ਵਚਨ ਅਤੇ ਲਿੰਗ ਦੀ ਪਛਾਣ ਕਰਨੀ ਹੋਵੇ ਤਾਂ ਕੰਨਾ ਅੰਤਕ ਵਧੇਰੇ ਨਾਮ ਇੱਕ ਵਚਨ ਅਤੇ ਪੁਲਿੰਗ ਦਾ ਸਾਨੂੰ ਪਛਾਣ ਕਰਵਾਉਂਦੇ ਹਨ। ਜਿਵੇਂ ਮੁੰਡਾ ਸ਼ਬਦ ਹੈ, ਉਸ ਦਾ ਅੰਤ ਕੰਨੇ ਦੀ ਮਾਤਰਾ ਦੇ ਨਾਲ ਹੋ ਰਿਹਾ ਹੈ, ਜਿਸ ਨੂੰ ਅਸੀਂ ਕੰਨਾ ਅੰਤਕ ਕਹਿੰਦੇ ਹਾਂ। ਹਿੰਦੀ ਦੇ ਵਿੱਚ ਆਕਾਰਾਂਤ ਕਹਿੰਦੇ ਹਾਂ, ਆ ਦੀ ਮਾਤਰਾ ਦੇ ਨਾਲ ਅੰਤ ਆਕਾਰਾਂਤ, ਅਤੇ ਪੰਜਾਬੀ ਦੇ ਵਿੱਚ ਕੰਨਾ ਅੰਤਕ। ਇਸ ਪ੍ਰਕਾਰ ਦੀ ਵਧੇਰੇ ਸ਼ਬਦਾਵਲੀ ਪੰਜਾਬੀ ਦੇ ਵਿੱਚ ਪੁਲਿੰਗ ਹੈ, ਇੱਕ ਵਚਨ ਹੈ। ਸਾਰੀ ਦੀ ਸਾਰੀ ਸ਼ਬਦਾਵਲੀ ਇਹੋ ਜਿਹੀ ਨਹੀਂ ਹੈ, ਇਸ ਦੇ ਅਪਵਾਦ ਵੀ ਹਨ, ਪਰ ਵਧੇਰੇ ਕਰਕੇ ਸ਼ਬਦਾਵਲੀ ਪੁਲਿੰਗ ਹੈ, ਇੱਕ ਵਚਨ ਹੈ। ਇਸੇ ਪ੍ਰਕਾਰ ਨਾਲ ਅਗਰ ਲਾਂ ਦੇ ਨਾਲ ਅੰਤ ਹੋ ਰਿਹਾ ਹੈ ਤਾਂ ਉਹ ਬਹੁਵਚਨ ਦਾ ਵੀ ਸੰਕੇਤ ਹੈ ਅਤੇ ਪੁਲਿੰਗ ਹੋਣ ਦਾ ਵੀ ਸੰਕੇਤ ਹੈ। ਇਸੇ ਤਰੀਕੇ ਨਾਲ ਬਿਹਾਰੀ ਦੇ ਨਾਲ ਅੰਤ ਹੋ ਰਿਹਾ ਕਿਸੇ ਸ਼ਬਦ ਦਾ ਵੱਡੀ ਦੀ ਮਾਤਰਾ ਦੇ ਨਾਲ, ਜਿਨ੍ਹਾਂ ਨੂੰ ਈਕਾਰਾਂਤ ਕਹਿੰਦੇ ਆ ਹਿੰਦੀ ਦੇ ਵਿੱਚ। ਜਿਵੇਂ ਕੁੜੀ ਸ਼ਬਦ ਲਿਖਿਆ ਹੋਇਆ ਹੈ, ਕੁੜੀ ਸ਼ਬਦ ਦੇ ਅਖੀਰ ਦੇ ਵਿੱਚ ਬਿਹਾਰੀ ਦੀ ਮਾਤਰਾ ਹੈ, ਤਾਂ ਇਹ ਸ਼ਬਦਾਵਲੀ ਇਸਤਰੀ ਲਿੰਗ ਅਤੇ ਇੱਕ ਵਚਨ ਹੋਣ ਦਾ ਸੰਕੇਤ ਦਿੰਦੀ ਹੈ। ਇਹ ਨਿਯਮ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦੇ, ਪਰ ਪੰਜਾਬੀ ਦੀ ਬਹੁਤੀ ਸ਼ਬਦਾਵਲੀ ਇਸ ਦਾਇਰੇ ਦੇ ਵਿੱਚ ਆ ਜਾਂਦੀ ਹੈ, ਇਹਨਾਂ ਨਿਯਮਾਂ ਦੇ ਦਾਇਰੇ ਦੇ ਵਿੱਚ। ਪੰਜਾਬੀ ਸ਼ਬਦਾਵਲੀ ਦੇ ਬਾਰੇ, ਲਿੰਗ ਦੇ ਬਾਰੇ ਸਾਨੂੰ ਪੁਲਿੰਗ, ਇਸਤਰੀ ਲਿੰਗ ਦੇ ਬਾਰੇ ਕੋਈ ਨਿਸ਼ਚਿਤ ਨਿਯਮ ਤਾਂ ਨਹੀਂ ਮਿਲਦੇ, ਜਿਵੇਂ ਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ, ਅਭਿਆਸ ਦੇ ਨਾਲ ਹੀ ਜਾਣਿਆ ਜਾ ਸਕਦਾ ਹੈ। ਪਰ ਵਚਨ ਤੋਂ ਸੰਬੰਧਿਤ ਸਾਡੇ ਕੋਲ ਨਿਸ਼ਚਿਤ ਨਿਯਮ ਹਨ ਅਤੇ ਉਹ ਸਿਰਫ 5 ਹੀ ਹਨ। ਇਹਨਾਂ 5 ਨਿਯਮਾਂ ਨੂੰ ਅਗਰ ਅਸੀਂ ਭਲੀ ਭਾਂਤ ਪੜ੍ਹ ਲਈਏ, ਵਿਹਾਰ ਰੂਪ 'ਚ ਲੈ ਆਈਏ, ਤਾਂ ਸਾਡਾ ਵਚਨ ਬਦਲਣ ਤੋਂ ਸੰਬੰਧਿਤ ਜਿਹੜਾ ਪ੍ਰਸ਼ਨ ਹੈ ਉਹ ਗਲਤ ਹੋਣ ਦੇ ਚਾਂਸ ਬਿਲਕੁਲ ਵੀ ਨਹੀਂ ਰਹਿੰਦੇ। ਤਾਂ ਗੱਲ ਕਰਦੇ ਹਾਂ ਉਹ 5 ਨਿਯਮ ਕਿਹੜੇ ਹਨ ਜਿਨ੍ਹਾਂ ਦੇ ਰਾਹੀਂ ਅਸੀਂ
ਵਚਨ ਬਦਲਣ ਤੋਂ ਸੰਬੰਧਿਤ ਪ੍ਰਸ਼ਨ ਸਹੀ ਕਰ ਸਕਦੇ ਹਾਂ। ਜਿਵੇਂ ਕਿ ਅਸੀਂ ਪਹਿਲਾਂ ਹੀ ਗੱਲ ਕਰ ਆਏ ਸਾਂ ਕਿ ਪੰਜਾਬੀ ਸ਼ਬਦਾਵਲੀ ਦੇ ਵਿੱਚ ਵਚਨ ਬਦਲੀ ਲਈ ਪੁਲਿੰਗ ਸ਼ਬਦਾਂ ਲਈ ਵੱਖ ਅਤੇ ਇਸਤਰੀ-ਲਿੰਗ ਸ਼ਬਦਾਂ ਲਈ ਵੱਖ ਨਿਯਮ ਹਨ। ਤਾਂ ਪੁਲਿੰਗ ਸ਼ਬਦਾਂ ਦੀ ਵਚਨ ਬਦਲੀ ਦੇ ਪਹਿਲੇ ਨਿਯਮ ਦੀ ਗੱਲ ਕਰਦੇ ਹਾਂ ਅਸੀਂ। ਅਜਿਹੇ ਸ਼ਬਦ ਜਿਨ੍ਹਾਂ ਦਾ ਅੰਤ ਕੰਨੇ ਦੇ ਨਾਲ ਹੁੰਦਾ ਹੈ, ਭਾਵ ਕੰਨਾ ਅੰਤਕ, ਹਿੰਦੀ ਦੇ ਵਿੱਚ ਆਕਾਰਾਂਤ। ਜਿਵੇਂ ਸਾਡੇ ਕੋਲ ਸ਼ਬਦ ਹੈ ਮੁੰਡਾ, ਇਸ ਦਾ ਅੰਤ ਆ ਦੀ ਮਾਤਰਾ ਦੇ ਨਾਲ ਹੋ ਰਿਹਾ ਹੈ ਮੁੰਡਾ। ਆਕਾਰਾਂਤ, ਕੰਨਾ ਅੰਤਕ, ਇਹਨਾਂ ਸ਼ਬਦਾਂ ਦੀ ਵਚਨ ਬਦਲੀ ਦਾ ਸਾਡੇ ਕੋਲ ਇਹ ਨਿਯਮ ਹੈ ਕਿ ਕੰਨਾ ਹੈ ਜਿਹੜਾ ਉਹ ਲਾਂ ਦੇ ਵਿੱਚ ਬਦਲ ਜਾਂਦਾ ਹੈ। ਇਹ ਤੀਰ ਦਾ ਨਿਸ਼ਾਨ ਦੱਸ ਰਿਹਾ ਹੈ ਕਿ ਇਹ ਕੰਨਾ ਹੈ ਜਿਹੜਾ ਲਾਂ ਦੇ ਵਿੱਚ ਬਦਲ ਜਾਂਦਾ ਹੈ। ਜਿਵੇਂ ਕਿ ਮੁੰਡਾ ਸ਼ਬਦ ਦਾ ਵਚਨ ਬਦਲਣ ਲੱਗੇ ਅਸੀਂ ਮੁੰਡਾ ਆ ਹਟਾ ਕੇ ਕੰਨੇ ਦੀ ਮਾਤਰਾ ਹਟਾ ਕੇ ਲਾਂ ਦੀ ਮਾਤਰਾ ਜੋੜ ਦਿੱਤੀ ਹੈ, ਮੁੰਡਾ ਤੋਂ ਬਣ ਗਿਆ ਮੁੰਡੇ। ਇਸੇ ਤਰੀਕੇ ਨਾਲ ਹੋਰ ਸ਼ਬਦਾਵਲੀ ਹੈ ਜਿਹੜੀ, ਜਿਵੇਂ ਕੋਠਾ ਤੋਂ ਬਣ ਜਾਏਗਾ ਕੋਠੇ, ਸੋਟਾ, ਸੋਟੇ। ਕੰਨੇ ਨੂੰ ਲਾਂ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ। ਇਹ ਪਹਿਲਾ ਨਿਯਮ ਹੈ ਪੁਲਿੰਗ ਸ਼ਬਦਾਂ ਦੀ ਵਚਨ ਬਦਲੀ ਦਾ। ਹੋਰ ਉਦਾਹਰਨ ਵੇਖੀਏ ਤਾਂ ਜਿਵੇਂ ਘੋੜਾ ਤੋਂ ਬਣ ਜਾਏਗਾ ਘੋੜੇ। ਕਹਿਣ ਤੋਂ ਭਾਵ ਇਹੀ ਹੈ ਕਿ ਜਿਹੜਾ ਕੰਨਾ ਹੈ ਉਹ ਲਾਂ ਦੇ ਵਿੱਚ ਬਦਲ ਜਾਂਦਾ ਹੈ। ਦੂਜਾ ਨਿਯਮ, ਕੰਨਾ ਅੰਤਕ ਨੂੰ ਛੱਡ ਕੇ, ਜਿਸ ਦੀ ਅਸੀਂ ਗੱਲ ਪਹਿਲਾਂ ਕਰ ਚੁੱਕੇ ਹਾਂ, ਉਸ ਨੂੰ ਛੱਡ ਕੇ ਬਾਕੀ ਸਭ ਸਮਰੂਪ ਰਹਿੰਦੇ ਹਨ। ਸਮਰੂਪ ਦਾ ਮਤਲਬ ਉਹਨਾਂ ਦਾ ਇੱਕ ਵਚਨ ਰੂਪ ਵੀ ਉਹੀ ਹੁੰਦਾ ਹੈ ਅਤੇ ਉਹਨਾਂ ਦਾ ਬਹੁਵਚਨ ਰੂਪ ਵੀ ਉਹੀ ਹੁੰਦਾ ਹੈ, ਉਹੀ ਰੂਪ ਰਹਿੰਦਾ ਹੈ। ਜਿਵੇਂ ਅਸੀਂ ਸ਼ਬਦ ਲਿਖੀਏ ਹਾਥੀ, ਮੇਜ਼, ਸ਼ੇਰ। ਇਹ ਸਾਰੇ ਸ਼ਬਦ ਆਪਣੇ ਇੱਕ ਵਚਨ ਰੂਪ ਵਿੱਚ ਵੀ ਇਸੇ ਰੂਪ 'ਚ ਵਰਤੇ ਜਾਂਦੇ ਹਨ ਅਤੇ ਆਪਣੇ ਬਹੁਵਚਨ ਰੂਪ ਵਿੱਚ ਵੀ ਇਸੇ ਰੂਪ ਵਿੱਚ ਵਰਤੇ ਜਾਂਦੇ ਹਨ। ਬਹੁਤੇ ਵਿਦਿਆਰਥੀਆਂ ਨੂੰ ਲੱਗਦਾ ਹੋਊਗਾ ਕਿ ਹਾਥੀ ਦਾ ਬਹੁਵਚਨ ਹਾਥੀਆਂ ਹੁੰਦਾ ਹੈ, ਮੇਜ਼ ਦਾ ਮੇਜ਼ਾਂ ਹੁੰਦਾ ਹੈ, ਸ਼ੇਰ ਦਾ ਸ਼ੇਰਾਂ ਹੁੰਦਾ ਹੈ, ਜਦੋਂ ਕਿ ਇਹ ਸਹੀ ਨਹੀਂ ਹੈ। ਇਹਨਾਂ ਦਾ ਬਹੁਵਚਨ ਰੂਪ ਵੀ ਇਹੀ ਹੁੰਦਾ ਹੈ। ਸ਼ੇਰਾਂ, ਮੇਜ਼ਾਂ, ਹਾਥੀਆਂ ਕਦੋਂ ਬਣਦਾ ਹੈ? ਉਹਨਾਂ ਦਾ ਸੰਬੰਧਕੀ ਬਹੁਵਚਨ ਰੂਪ ਹੁੰਦਾ ਹੈ, ਜਿਸ ਦੀ ਗੱਲ ਅਸੀਂ ਅੱਗੇ ਚੱਲ ਕੇ ਕਰਾਂਗੇ। ਸਧਾਰਨ ਰੂਪ ਦੇ ਵਿੱਚ ਇਹਨਾਂ ਦਾ ਇੱਕ ਵਚਨ ਰੂਪ ਇਹੀ ਰਹਿੰਦਾ ਹੈ ਅਤੇ ਬਹੁਵਚਨ ਰੂਪ ਵੀ ਇਹੀ ਰਹਿੰਦਾ ਹੈ। ਜਿਵੇਂ ਕਿ ਅਸੀਂ ਇੱਕ ਉਦਾਹਰਨ ਦੇ ਨਾਲ ਸਮਝ ਸਕਦੇ ਹਾਂ। ਇੱਕ ਹਾਥੀ ਨਹਾਰਿਆ ਸੀ, 10 ਹਾਥੀ ਨਹਾਰੇ ਸਨ। ਇੱਕ ਮੇਜ਼ ਲੈ ਕੇ ਆਓ, 10 ਮੇਜ਼ ਲੈ ਕੇ ਆਓ। ਤਾਂ ਇਸ ਤਰੀਕੇ ਨਾਲ ਹਾਥੀ, ਮੇਜ਼, ਸ਼ੇਰ ਆਪਣੇ ਉਸੇ ਰੂਪ ਦੇ ਵਿੱਚ ਹੀ ਰਹਿੰਦੇ ਹਨ, ਆਪਣੇ ਬਹੁਵਚਨ ਰੂਪ ਦੇ ਵਿੱਚ ਵੀ। ਪੁਲਿੰਗ ਸ਼ਬਦਾਂ ਦੇ ਵਚਨ ਬਦਲੀ ਦੇ ਇਹ ਦੋ ਹੀ ਨਿਯਮ ਹਨ। ਦੋ ਵੀ ਛੱਡੋ ਤੁਸੀਂ, ਇੱਕ ਹੀ ਹੈ ਪਹਿਲਾ ਕੰਨਾ ਅੰਤਕ ਵਾਲਾ, ਬਾਕੀ ਤਾਂ ਸਭ ਆਪਣੇ ਉਸੇ ਰੂਪ ਦੇ ਵਿੱਚ ਹੀ ਰਹਿੰਦੇ ਹਨ। ਹੁਣ ਅਸੀਂ ਗੱਲ ਕਰਾਂਗੇ ਇਸਤਰੀ ਲਿੰਗ ਸ਼ਬਦਾਂ ਦੀ ਵਚਨ ਬਦਲੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਇਸਤਰੀ ਲਿੰਗ ਸ਼ਬਦਾਂ ਦੀ ਵਚਨ ਬਦਲੀ ਦਾ ਪਹਿਲਾ ਨਿਯਮ ਹੈ ਮੁਕਤਾ ਅੰਤਕ ਨਾਮ ਸ਼ਬਦਾਂ ਦੀ ਵਚਨ ਬਦਲੀ। ਜਿਹੜੇ ਸ਼ਬਦ ਮੁਕਤਾ ਅੰਤਕ ਹੁੰਦੇ ਹਨ, ਭਾਵ ਜਿਨ੍ਹਾਂ ਦਾ ਅੰਤ ਮੁਕਤੇ ਨਾਲ ਹੁੰਦਾ ਹੈ, ਕੋਈ ਮਾਤਰਾ ਨਹੀਂ ਹੁੰਦੀ। ਜਿਵੇਂ ਸਾਡੇ ਕੋਲ ਅੱਖ ਸ਼ਬਦ ਹੈ, ਉਸਦਾ ਖੱਖਾ ਹੈ ਜਿਹੜਾ ਉਹ ਮੁਕਤਾ ਰੂਪ 'ਚ ਹੈ, ਕੋਈ ਮਾਤਰਾ ਨਹੀਂ ਲੱਗੀ ਹੋਈ। ਇਹਨਾਂ ਨੂੰ ਅਸੀਂ ਮੁਕਤਾ ਅੰਤਕ ਬੋਲਦੇ ਹਾਂ। ਤਾਂ ਮੁਕਤਾ ਅੰਤਕ ਨਾਮ ਸ਼ਬਦ ਹੁੰਦੇ ਹਨ ਜਿਹੜੇ ਇਸਤਰੀ ਲਿੰਗ, ਉਹਨਾਂ ਦੇ ਨਾਲ ਕੰਨਾ ਅਤੇ ਬਿੰਦੀ ਜੋੜ ਦਿੱਤੇ ਜਾਂਦੇ ਹਨ। ਜਿਵੇਂ ਅੱਖ ਸ਼ਬਦ ਸੀ ਤਾਂ ਉਸਦਾ ਬਹੁਵਚਨ ਬਣਾਉਣ ਲੱਗਿਆ ਅਸੀਂ ਇੱਕ ਤਾਂ ਉਸਦੇ ਨਾਲ ਕੰਨਾ ਜੋੜ ਦਿੱਤਾ ਹੈ, ਦੂਜਾ ਉਸਦੇ ਨਾਲ ਬਿੰਦੀ ਜੋੜ ਦਿੱਤੀ ਹੈ। ਹਟਾਉਣਾ ਇਸ ਨਾਲੋਂ ਕੁਛ ਨਹੀਂ ਹੈ, ਕੰਨਾ ਅਤੇ ਬਿੰਦੀ ਜੋੜ ਦੇਣੇ ਹਨ। ਅੱਖ ਤੋਂ ਅੱਖਾਂ ਬਣ ਗਿਆ। ਇਸੇ ਤਰੀਕੇ ਨਾਲ ਕਿਤਾਬ ਸ਼ਬਦ, ਕਿਤਾਬ ਦਾ ਬੱਬਾ ਮੁਕਤਾ ਰੂਪ ਦੇ ਵਿੱਚ ਹੈ, ਤਾਂ ਮੁਕਤਾ ਅੰਤਕ ਦੇ ਨਾਲ ਅਸੀਂ ਇੱਕ ਤਾਂ ਕੰਨਾ ਜੋੜ ਦੇਣਾ ਹੈ ਅਤੇ ਇੱਕ ਅਸੀਂ ਉਸ ਦੇ ਨਾਲ ਬਿੰਦੀ। ਕਿਤਾਬ ਤੋਂ ਬਣ ਗਿਆ ਕਿਤਾਬਾਂ। ਇਸੇ ਤਰੀਕੇ ਨਾਲ ਹੋਰ ਉਦਾਹਰਨ, ਚਾਦਰ ਸ਼ਬਦ, ਇਸ ਦਾ ਰਾਰਾ ਮੁਕਤਾ ਰੂਪ 'ਚ ਹੈ, ਇਸਤਰੀ ਲਿੰਗ ਸ਼ਬਦ ਹੈ, ਤਾਂ ਮੁਕਤਾ ਅੰਤਕ ਦੇ ਨਾਲ ਅਸੀਂ
ਇੱਕ ਤਾਂ ਕੰਨਾ ਜੋੜ ਦੇਣਾ ਹੁੰਦਾ ਹੈ, ਇੱਕ ਬਿੰਦੀ ਜੋੜ ਦੇਣੀ ਹੈ। ਚਾਦਰ ਦਾ ਬਹੁਵਚਨ ਰੂਪ ਬਣ ਗਿਆ ਚਾਦਰਾਂ। ਇਹ ਪਹਿਲਾ ਨਿਯਮ ਹੈ ਇਸਤਰੀਲਿੰਗ ਸ਼ਬਦਾਂ ਦੀ ਵਚਨ ਬਦਲੀ ਦਾ। ਇਸਤਰੀਲਿੰਗ ਸ਼ਬਦਾਂ ਦੀ ਵਚਨ ਬਦਲੀ ਦਾ ਦੂਜਾ ਨਿਯਮ ਕੰਨਾ ਅੰਤਕ ਜਾਂ ਕੰਨਾ ਬਿੰਦੀ ਅੰਤਕ, ਭਾਵ ਜਿਨ੍ਹਾਂ ਦਾ ਅੰਤ ਕੰਨੇ ਨਾਲ ਹੋ ਰਿਹਾ ਹੈ ਜਾਂ ਕੰਨਾ ਬਿੰਦੀ ਨਾਲ ਹੋ ਰਿਹਾ ਹੈ। ਜਿਵੇਂ ਸਾਡੇ ਕੋਲੇ ਸ਼ਬਦ ਹੈ ਭਾਸ਼ਾ, ਤਾਂ ਇਸ ਦਾ ਅੰਤ ਕੰਨੇ ਦੀ ਮਾਤਰਾ ਨਾਲ ਹੋ ਰਿਹਾ ਹੈ ਇਸਤਰੀਲਿੰਗ ਸ਼ਬਦ, ਤਾਂ ਉਸ ਦੇ ਨਾਲ ਕੀ ਕਰਨਾ ਹੈ, ਵਾਂ ਸ਼ਬਦ ਜੋੜ ਦੇਣਾ ਹੈ। ਤਾਂ ਭਾਸ਼ਾ ਤੋਂ ਬਣ ਜਾਏਗਾ ਭਾਸ਼ਾਵਾਂ, ਵਾਂ ਸ਼ਬਦ ਜੋੜ ਦੇਣਾ ਹੈ। ਇਹ ਸੀਗਾ ਕੰਨਾ ਅੰਤਕ ਦਾ ਉਦਾਹਰਨ। ਅਗਰ ਅਸੀਂ ਕੰਨਾ ਬਿੰਦੀ ਅੰਤਕ ਦੀ ਗੱਲ ਕਰੀਏ, ਭਾਵ ਜਿਸ ਦਾ ਅੰਤ ਕੰਨਾ ਅਤੇ ਬਿੰਦੀ ਦੋਵਾਂ ਨਾਲ ਹੋਵੇ, ਜਿਵੇਂ ਸਾਡੇ ਕੋਲੇ ਸ਼ਬਦ ਹੈ ਮਾਂ, ਕੰਨਾ ਅਤੇ ਬਿੰਦੀ, ਕੰਨਾ ਬਿੰਦੀ ਅੰਤਕ, ਇਹਨਾਂ ਦੇ ਨਾਲ ਵੀ ਵਾਂ ਸ਼ਬਦ ਹੀ ਜੁੜਦਾ ਹੈ। ਮਾਂ ਦਾ ਬਹੁਵਚਨ ਰੂਪ ਬਣ ਗਿਆ ਮਾਵਾਂ, ਮਾਂ ਪਹਿਲਾਂ ਤੋਂ ਹੀ ਹੈ, ਵਾਂ ਇਸ ਦੇ ਵਿੱਚ ਜੋੜ ਦਿੱਤਾ ਹੈ, ਤਾਂ ਸ਼ਬਦ ਬਣ ਗਿਆ ਬਹੁਵਚਨ ਰੂਪ ਦੇ ਵਿੱਚ ਮਾਵਾਂ। ਇਹ ਦੂਜਾ ਨਿਯਮ ਹੈ। ਕੰਨੇ ਦੇ ਨਾਲ ਅੰਤ ਹੋ ਰਿਹਾ ਹੈ ਜਾਂ ਕੰਨਾ ਬਿੰਦੀ ਦੇ ਨਾਲ ਅੰਤ ਹੋ ਰਿਹਾ, ਤਾਂ ਉਸ ਦੇ ਨਾਲ ਵਾਂ ਸ਼ਬਦ ਜੋੜਿਆ ਜਾਂਦਾ ਹੈ। ਕੰਨੇ ਦੇ ਨਾਲ ਅੰਤ ਹੋਣ ਵਾਲਾ ਸ਼ਬਦ ਅਸੀਂ ਇੱਕ ਹੋਰ ਲਈਏ ਹਵਾ, ਤਾਂ ਉਸ ਦਾ ਬਹੁਵਚਨ ਰੂਪ ਬਣ ਜੂਗਾ ਹਵਾਵਾਂ। ਇਸੇ ਤਰੀਕੇ ਨਾਲ ਕੰਨਾ ਬਿੰਦੀ ਅੰਤਕ ਅਸੀਂ ਦੂਜਾ ਸ਼ਬਦ ਲਈਏ ਛਾਂ, ਕੰਨਾ ਅਤੇ ਬਿੰਦੀ ਅੰਤਕ, ਤਾਂ ਉਸ ਦੇ ਨਾਲ ਵੀ ਅਸੀਂ ਵਾਂ ਸ਼ਬਦ ਜੋੜਨਾ ਹੈ, ਤਾਂ ਸਾਡਾ ਸ਼ਬਦ ਬਣ ਜੂਗਾ ਛਾਵਾਂ। ਇਹ ਬਿੰਦੀਆਂ ਦੋਵਾਂ 'ਤੇ ਹੀ ਕਾਇਮ ਰਹਿਣਗੀਆਂ, ਜਿਵੇਂ ਮਾਵਾਂ ਸ਼ਬਦ ਲਿਖਿਆ ਹੈ, ਕਿਉਂਕਿ ਇੱਕ ਇੱਕ ਬਿੰਦੀ ਤਾਂ ਪਹਿਲਾਂ ਤੋਂ ਹੈ ਅਤੇ ਦੂਜੀ ਬਿੰਦੀ ਅਸੀਂ ਵਾਂ ਸ਼ਬਦ ਵਾਲੀ ਇਸ ਦੇ ਨਾਲ ਜੋੜ ਦੇਣੀ ਹੈ। ਇਸਤਰੀਲਿੰਗ ਸ਼ਬਦਾਵਲੀ ਦਾ ਵਚਨ ਬਦਲੀ ਤੋਂ ਸੰਬੰਧਿਤ ਤੀਜਾ ਨਿਯਮ ਮੁਕਤਾ ਅੰਤਕ ਅਤੇ ਕੰਨਾ ਬਿੰਦੀ ਅੰਤਕ ਨੂੰ ਛੱਡ ਕੇ, ਜਿਹੜੇ ਪਹਿਲੇ ਦੋ ਨਿਯਮ ਅਸੀਂ ਗੱਲ ਕਰ ਲਈ ਹੈ, ਕੰਨਾ ਮੁਕਤਾ ਅੰਤਕ ਅਤੇ ਕੰਨਾ ਬਿੰਦੀ ਅੰਤਕ, ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਸ਼ਬਦ ਜਿਨ੍ਹਾਂ ਦਾ ਅੰਤ ਸਿਹਾਰੀ ਦੇ ਨਾਲ ਹੋਵੇ, ਬਿਹਾਰੀ ਦੇ ਨਾਲ ਹੋਵੇ, ਔਂਕੜ ਦੇ ਨਾਲ ਹੋਵੇ, ਦੁਲੈਂਕੜ ਦੇ ਨਾਲ ਹੋਵੇ, ਲਾਂ ਨਾਲ, ਦੁਲਾਵਾਂ ਨਾਲ, ਹੋੜਾ ਨਾਲ, ਕਨੌੜਾ ਨਾਲ, ਉਹਨਾਂ ਦੇ ਨਾਲ ਆ ਸ਼ਬਦ ਜੋੜਿਆ ਜਾਂਦਾ ਹੈ। ਮੁਕਤਾ ਅਤੇ ਕੰਨਾ ਦੇ ਸਾਹਮਣੇ ਅਸੀਂ ਤਾਂ ਕ੍ਰੋਸ ਲਾਇਆ ਹੈ ਕਿਉਂਕਿ ਇਹਨਾਂ ਸ਼ਬਦਾਂ ਤੋਂ ਸੰਬੰਧਿਤ ਨਿਯਮ ਪਹਿਲਾਂ ਅਸੀਂ ਗੱਲ ਕਰ ਆਏ ਹਾਂ, ਤਾਂ ਇਹ ਸ਼ਬਦਾਵਲੀ ਦੇ ਉੱਤੇ ਇਹ ਨਿਯਮ ਨਹੀਂ ਲੱਗਦਾ। ਸਿਹਾਰੀ ਤੋਂ ਸੰਬੰਧਿਤ ਕੋਈ ਨਿਯਮ, ਕੋਈ ਸ਼ਬਦ ਮੇਰੇ ਧਿਆਨ 'ਚ ਨਹੀਂ ਹੈ। ਬਿਹਾਰੀ ਤੋਂ ਸੰਬੰਧਿਤ ਕੁੜੀ ਸ਼ਬਦ, ਤਾਂ ਅਸੀਂ ਆ ਸ਼ਬਦ ਜੋੜਨਾ ਹੈ, ਸਿਰਫ ਕੁੜੀਆਂ। ਇਸੇ ਨਾਲ ਔਂਕੜ ਦੇ ਨਾਲ ਖਤਮ ਹੋਣ ਵਾਲਾ ਸ਼ਬਦ ਸਹੁੰ, ਅਸੀਂ ਇੱਥੇ ਵੀ ਆ ਸ਼ਬਦ ਜੋੜ ਦਿੱਤਾ ਹੈ। ਦੁਲੈਂਕੜ ਦੇ ਨਾਲ ਖਤਮ ਹੋਣ ਵਾਲਾ ਵਸਤੂ ਤੋਂ ਵਸਤੂਆਂ ਬਣ ਗਿਆ। ਆ ਸ਼ਬਦ ਜੋੜ ਰਹੇ ਹਾਂ ਅਸੀਂ ਇਹਨਾਂ ਸਾਰਿਆਂ ਦੇ ਨਾਲ। ਮੁਕਤਾ ਅੰਤਕ ਅਤੇ ਕੰਨਾ ਅੰਤਕ, ਕੰਨਾ ਬਿੰਦੀ ਅੰਤਕ ਨੂੰ ਛੱਡ ਕੇ ਬਾਕੀ ਸਾਰੀ ਸ਼ਬਦਾਵਲੀ ਦੇ ਉੱਤੇ ਇਹ ਨਿਯਮ ਲੱਗਦਾ ਹੈ, ਜਿਨ੍ਹਾਂ ਦਾ ਅੰਤ ਇਹਨਾਂ ਮਾਤਰਾਵਾਂ ਦੇ ਨਾਲ ਹੁੰਦਾ ਹੈ, ਉਹਨਾਂ ਦੇ ਨਾਲ ਆ ਸ਼ਬਦ ਜੋੜਿਆ ਜਾਂਦਾ ਹੈ। ਇਹ ਤੀਜਾ ਨਿਯਮ ਹੈ। ਤਾਂ ਕੁੱਲ ਮਿਲਾ ਕੇ ਸਾਡੇ ਕੋਲੇ 2 ਨਿਯਮ ਪੁਲਿੰਗ ਸ਼ਬਦਾਵਲੀ ਦੇ ਅਤੇ 3 ਨਿਯਮ ਇਸਤਰੀਲਿੰਗ ਸ਼ਬਦਾਵਲੀ ਦੇ ਵਚਨ ਬਦਲੀ ਤੋਂ ਸੰਬੰਧਿਤ ਆ ਗਏ ਹਨ। ਹੁਣ ਗੱਲ ਕਰਦੇ ਹਾਂ ਅਸੀਂ ਨਾਮ ਸ਼ਬਦਾਂ ਦੇ ਸਧਾਰਨ ਰੂਪ ਅਤੇ ਸੰਬੰਧਕੀ ਰੂਪ ਦੀ। ਵਾਕ ਦੇ ਵਿੱਚ ਜਦੋਂ ਨਾਮ ਸ਼ਬਦ ਬਿਨਾਂ ਸੰਬੰਧਕ ਸ਼ਬਦਾਂ ਤੋਂ ਵਰਤੇ ਜਾਂਦੇ ਹਨ ਤਾਂ ਉਹਨਾਂ ਨੂੰ ਅਸੀਂ ਸਧਾਰਨ ਰੂਪ ਕਹਿੰਦੇ ਹਾਂ, ਅਤੇ ਜਦੋਂ ਉਹਨਾਂ ਤੋਂ ਬਾਅਦ ਸੰਬੰਧਕ ਸ਼ਬਦ ਵਰਤਿਆ ਜਾਂਦਾ ਹੈ ਤਾਂ ਉਸ ਨੂੰ ਅਸੀਂ ਸੰਬੰਧਕੀ ਰੂਪ ਕਹਿੰਦੇ ਹਾਂ। ਜਿਵੇਂ ਕਈ ਵਿਦਿਆਰਥੀਆਂ ਨੂੰ ਇਹ ਲੱਗਿਆ ਹੋਣਾ ਹੈ ਕਿ ਹੱਥ ਦਾ ਬਹੁਵਚਨ ਰੂਪ ਹੱਥਾਂ ਹੁੰਦਾ ਹੈ, ਸ਼ੇਰ ਦਾ ਬਹੁਵਚਨ ਰੂਪ ਸ਼ੇਰਾਂ ਹੁੰਦਾ ਹੈ। ਉਸ ਦੀ ਗੱਲ ਅਸੀਂ ਹੁਣ ਇੱਥੇ ਕਰ ਲੈਂਦੇ ਹਾਂ। ਜਿਵੇਂ ਕਿ ਹੱਥ ਸ਼ਬਦ ਪਹਿਲਾ ਜਿਹੜਾ ਉਦਾਹਰਨ ਹੈ ਇੱਕ ਵਚਨ ਰੂਪ ਦਾ ਅਤੇ ਦੂਜਾ ਬਹੁਵਚਨ ਰੂਪ ਦਾ। ਮੇਰਾ ਹੱਥ ਲਿਬੜ ਗਿਆ, ਇੱਕ ਹੱਥ ਹੈ ਤਾਂ ਉੱਥੇ ਆਇਆ ਲਿਬੜ ਗਿਆ, ਗਿਆ ਇੱਕ ਵਚਨ। ਇੱਥੇ ਵੀ ਹੱਥ ਸ਼ਬਦ ਹੈ। ਮੇਰੇ ਹੱਥ ਲਿਬੜ ਗਏ, ਗਏ 2 ਮਤਲਬ ਬਹੁਵਚਨ। ਇੱਥੇ ਵੀ ਹੱਥ ਸ਼ਬਦ ਹੀ ਆਇਆ ਹੈ ਕਿਉਂਕਿ ਇਹਨਾਂ ਤੋਂ ਬਾਅਦ ਕੋਈ ਸੰਬੰਧਕ ਸ਼ਬਦ ਨਹੀਂ ਵਰਤਿਆ ਗਿਆ। ਅਗਰ ਕੋਈ ਸੰਬੰਧਕ ਸ਼ਬਦ ਵਰਤਿਆ ਗਿਆ ਹੁੰਦਾ ਤਾਂ ਫਿਰ ਇੱਥੇ ਹੱਥਾਂ ਸ਼ਬਦ ਬਣ ਜਾਣਾ ਸੀਗਾ।
ਜਿਵੇਂ ਮੇਰੇ ਹੱਥਾਂ ਨੂੰ ਕੁਝ ਲੱਗਿਆ ਹੋਇਆ, ਨੂੰ ਸੰਬੰਧਕ ਆਉਣ ਦੇ ਨਾਲ ਅਗਰ ਜੇ ਆਪਾਂ ਲਿਖੀਏ ਮੇਰੇ ਹੱਥਾਂ ਨੂੰ ਸੰਬੰਧਕ ਆ ਗਿਆ, ਤਾਂ ਕਰਕੇ ਹੱਥਾਂ ਆਇਆ। ਇਸੇ ਤਰੀਕੇ ਨਾਲ ਕਿਸੇ ਵੀ ਨਾਮ ਸ਼ਬਦ ਤੋਂ ਬਾਅਦ ਅਗਰ ਸੰਬੰਧਕ ਸ਼ਬਦ ਕੋਈ ਆਉਂਦਾ ਹੈ ਤਾਂ ਉਸ ਦਾ ਰੂਪ ਬਦਲ ਜਾਂਦਾ ਹੈ, ਉਸ ਨੂੰ ਅਸੀਂ ਸੰਬੰਧਕੀ ਰੂਪ ਕਹਿੰਦੇ ਹਾਂ। ਜਿਵੇਂ ਕਿ ਆਪਾਂ ਕਿਹਾ ਸੀ ਕਿ ਸ਼ੇਰ ਦਾ ਇੱਕ ਵਚਨ ਰੂਪ ਵੀ ਸ਼ੇਰ ਹੁੰਦਾ ਹੈ ਅਤੇ ਬਹੁਵਚਨ ਰੂਪ ਵੀ ਸ਼ੇਰ ਹੁੰਦਾ ਹੈ। ਉਦਾਹਰਨ ਲਈ ਅਸੀਂ ਕਹੀਏ ਕਿ ਸ਼ੇਰ ਲੜ ਰਹੇ ਸਨ। ਲੜ ਰਹੇ ਸਨ ਮਤਲਬ ਇੱਕ ਤੋਂ ਜ਼ਿਆਦਾ ਹੈ ਤਾਂ ਬਹੁਵਚਨ ਹੈ, ਪਰ ਸ਼ਬਦ ਅਸੀਂ ਵਰਤਿਆ ਸ਼ੇਰ ਹੀ ਇੱਕ ਵਚਨ ਰੂਪ ਦੇ ਵਿੱਚ ਵੀ ਸ਼ੇਰ ਹੈ, ਬਹੁਵਚਨ ਰੂਪ ਦੇ ਵਿੱਚ ਵੀ ਸ਼ੇਰ ਹੈ। ਪਰ ਜੇ ਅਸੀਂ ਕਹੀਏ ਕਿ ਸ਼ੇਰਾਂ ਨੇ ਸ਼ਿਕਾਰ ਕੀਤਾ, ਸ਼ੇਰਾਂ ਨੇ ਸ਼ਿਕਾਰ ਕੀਤਾ, ਇੱਥੇ ਨੇ ਸੰਬੰਧਕ ਆ ਗਿਆ। ਨੇ ਸੰਬੰਧਕ ਆਉਣ ਦੇ ਕਾਰਨ ਸ਼ੇਰਾਂ ਸ਼ਬਦ ਬਣ ਗਿਆ। ਤਾਂ ਪੁਲਿੰਗ ਸ਼ਬਦਾਵਲੀ ਦਾ ਦੂਜਾ ਨਿਯਮ ਜਿਸ ਦੀ ਅਸੀਂ ਗੱਲ ਕਰੀ ਸੀ ਕਿ ਕੰਨਾ ਅੰਤਕ ਨੂੰ ਛੱਡ ਕੇ ਬਾਕੀ ਸਾਰੇ ਸ਼ਬਦ ਹੈ ਜਿਹੜੇ ਉਹਨਾਂ ਦਾ ਇੱਕ ਵਚਨ ਤੇ ਬਹੁਵਚਨ ਰੂਪ ਸੇਮ ਹੀ ਰਹਿੰਦਾ ਹੈ, ਉਹੀ ਰਹਿੰਦਾ ਹੈ, ਬਰਾਬਰ ਰਹਿੰਦਾ ਹੈ, ਸਮਰੂਪ ਰਹਿੰਦਾ ਹੈ। ਜਿਵੇਂ ਅਸੀਂ ਸ਼ੇਰ ਦੇ ਉਦਾਹਰਨ ਦੇ ਰਾਹੀਂ ਸਮਝਿਆ, ਹੱਥ ਦੇ ਉਦਾਹਰਨ ਦੇ ਰਾਹੀਂ ਸਮਝਿਆ, ਹੱਥ ਤੋਂ ਬਾਅਦ ਕੋਈ ਸੰਬੰਧਕ ਨਹੀਂ ਆਇਆ ਹੈ, ਆਪਣੇ ਇੱਕ ਵਚਨ ਤੇ ਬਹੁਵਚਨ ਰੂਪ ਦੋਵਾਂ ਦੇ ਵਿੱਚ ਸਮਾਨ ਉਹੀ ਸ਼ਬਦ ਹੈ। ਇਸੇ ਤਰੀਕੇ ਨਾਲ ਸ਼ੇਰ ਸ਼ਬਦ ਦੇ ਉਦਾਹਰਨ ਦੇ ਰਾਹੀਂ ਅਸੀਂ ਸਮਝਿਆ, ਇੱਥੇ ਵੀ ਅਗਰ ਉਸ ਤੋਂ ਬਾਅਦ ਕੋਈ ਸੰਬੰਧਕ ਸ਼ਬਦ ਨਹੀਂ ਵਰਤਿਆ ਜਾਂਦਾ ਤਾਂ ਇੱਕ ਵਚਨ ਰੂਪ ਦੇ ਵਿੱਚ ਵੀ ਸ਼ੇਰ ਰਹਿੰਦਾ ਹੈ ਤੇ ਬਹੁਵਚਨ ਰੂਪ ਦੇ ਵਿੱਚ ਵੀ ਸ਼ੇਰ ਰਹਿੰਦਾ ਹੈ। ਪ੍ਰੀਖਿਆ ਦੇ ਵਿੱਚ ਸਾਡੇ ਤੋਂ ਪੁੱਛਿਆ ਜਾਣ ਵਾਲਾ ਪ੍ਰਸ਼ਨ ਸਧਾਰਨ ਰੂਪ ਬਹੁਵਚਨ ਰੂਪ ਹੀ ਪੁੱਛਿਆ ਜਾਂਦਾ ਹੈ। ਸਾਨੂੰ ਸ਼ੇਰ ਦਾ ਸ਼ੇਰਾਂ ਨਹੀਂ ਦੱਸਣਾ, ਸ਼ੇਰ ਹੀ ਦੱਸਣਾ ਹੈ, ਜਿੰਨਾ ਚਿਰ ਸਾਨੂੰ ਸੰਬੰਧਕੀ ਰੂਪ ਦੱਸਣ ਲਈ ਨਾ ਕਿਹਾ ਜਾਵੇ। ਹੁਣ ਪੰਜੇ ਨਿਯਮਾਂ ਨੂੰ ਅਸੀਂ ਇੱਕ ਸਾਰਣੀ ਦੇ ਰਾਹੀਂ ਸਮਝਦੇ ਹਾਂ। ਪੁਲਿੰਗ ਸ਼ਬਦਾਂ ਤੋਂ ਸੰਬੰਧਿਤ ਸਾਡੇ ਕੋਲੇ ਦੋ ਨਿਯਮ ਹਨ। ਕੰਨਾ ਅੰਤਕ ਸ਼ਬਦ ਹੈ ਕੋਈ ਤਾਂ ਕੰਨਾ ਲਾਂ ਦੇ ਵਿੱਚ ਬਦਲ ਜਾਂਦਾ ਹੈ। ਇਹ ਤੀਰ ਦਾ ਨਿਸ਼ਾਨ ਦੱਸ ਰਿਹਾ ਹੈ ਕਿ ਕੰਨਾ ਲਾਂ ਦੇ ਵਿੱਚ ਬਦਲ ਜਾਂਦਾ ਹੈ। ਜਿਵੇਂ ਸਾਡੇ ਕੋਲੇ ਮੁੰਡਾ ਸ਼ਬਦ ਸੀ, ਮੁੰਡਾ ਸ਼ਬਦ ਦਾ ਜਿਹੜਾ ਆਖਰੀ ਕੰਨਾ ਸੀਗਾ ਉਸ ਨੂੰ ਅਸੀਂ ਲਾਂ ਦੇ ਵਿੱਚ ਬਦਲ ਦਿੱਤਾ ਹੈ। ਇਸੇ ਤਰੀਕੇ ਨਾਲ ਘੋੜਾ ਤੋਂ ਘੋੜੇ ਬਣ ਜਾਏਗਾ। ਦੂਜਾ ਨਿਯਮ ਬਾਕੀ ਸਭ ਯਾਨੀ ਕਿ ਕੰਨਾ ਅੰਤਕ ਨੂੰ ਛੱਡ ਕੇ ਆਪਣੇ ਇੱਕ ਵਚਨ ਰੂਪ ਦੇ ਵਿੱਚ ਵੀ ਉਹੀ ਰੂਪ ਰਹਿੰਦਾ ਹੈ ਅਤੇ ਆਪਣੇ ਬਹੁਵਚਨ ਰੂਪ ਦੇ ਵਿੱਚ ਵੀ ਉਹੀ ਰਹਿੰਦਾ ਹੈ। ਕਹਿਣ ਤੋਂ ਭਾਵ ਸਮਰੂਪ ਰਹਿੰਦੇ ਹਨ, ਜਿਵੇਂ ਅਸੀਂ ਸ਼ੇਰ ਅਤੇ ਹੱਥ ਵਾਲੇ ਉਦਾਹਰਨਾਂ ਦਾ ਜ਼ਿਕਰ ਪਿੱਛੇ ਕਰ ਚੁੱਕੇ ਹਾਂ। ਇਸਤਰੀਲਿੰਗ ਸ਼ਬਦਾਂ ਦੀ ਵਚਨ ਬਦਲੀ ਦਾ ਪਹਿਲਾ ਨਿਯਮ ਮੁਕਤਾਂਤਕ ਦੇ ਨਾਲ ਅਸੀਂ ਕੰਨਾ ਬਿੰਦੀ ਜੋੜ ਦਿੰਦੇ ਹਾਂ। ਸਿਰਫ ਜੋੜਨਾ ਹੈ, ਹਟਾਉਣਾ ਕੁਛ ਨਹੀਂ। ਜਿਵੇਂ ਕਿਤਾਬ ਸ਼ਬਦ ਸੀ ਤਾਂ ਅਸੀਂ ਕੰਨਾ ਜੋੜਤਾ ਅਤੇ ਇੱਕ ਜੋੜਤੀ ਇਸ ਦੇ ਨਾਲ ਬਿੰਦੀ, ਕਿਤਾਬ ਤੋਂ ਬਣ ਗਿਆ ਕਿਤਾਬਾਂ। ਕੰਨਾ ਅੰਤਕ ਅਤੇ ਕੰਨਾ ਬਿੰਦੀ ਅੰਤਕ ਦੂਜਾ ਨਿਯਮ, ਯਾਨੀ ਕਿ ਜਿਨ੍ਹਾਂ ਦਾ ਅੰਤ ਕੰਨੇ ਦੀ ਮਾਤਰਾ ਦੇ ਨਾਲ ਹੋ ਰਿਹਾ ਜਿਵੇਂ ਭਾਸ਼ਾ, ਕੰਨਾ ਬਿੰਦੀ ਦੇ ਨਾਲ ਹੋ ਰਿਹਾ ਜਿਵੇਂ ਮਾਂ, ਉਹਨਾਂ ਦੇ ਨਾਲ ਵਾਂ ਸ਼ਬਦ ਜੋੜਿਆ ਜਾਂਦਾ ਹੈ। ਜਿਵੇਂ ਭਾਸ਼ਾ ਤੋਂ ਭਾਸ਼ਾਵਾਂ, ਹਵਾ ਤੋਂ ਹਵਾਵਾਂ, ਮਾਂ ਤੋਂ ਮਾਵਾਂ। ਇਹਨਾਂ ਦੋਨਾਂ ਨੂੰ ਛੱਡ ਕੇ ਇਸਤਰੀਲਿੰਗ ਸ਼ਬਦਾਂ ਦੀ ਗੱਲ ਕਰ ਰਹੇ ਹਾਂ। ਕੰਨਾ ਤੇ ਕੰਨਾ ਬਿੰਦੀ ਅੰਤਕ ਨੂੰ ਛੱਡ ਕੇ, ਮੁਕਤਾ ਅੰਤਕ ਨੂੰ ਛੱਡ ਕੇ ਬਾਕੀ ਜਿੰਨੇ ਵੀ ਸ਼ਬਦ ਇਸਤਰੀਲਿੰਗ ਆਉਂਦੇ ਹਨ ਉਹਨਾਂ ਦੇ ਨਾਲ ਆਂ ਸ਼ਬਦ ਜੋੜਿਆ ਜਾਂਦਾ ਹੈ। ਜਿਵੇਂ ਕੁੜੀ ਤੋਂ ਕੁੜੀਆਂ, ਖੁਸ਼ਬੂ ਤੋਂ ਖੁਸ਼ਬੂਆਂ। ਬਾਕੀ ਅਸੀਂ ਇਹਨਾਂ ਸ਼ਬਦਾਂ ਦੀ ਗੱਲ ਪਿੱਛੇ ਕਰ ਚੁੱਕੇ ਹਾਂ। ਅਖੀਰ ਦੇ ਵਿੱਚ ਸ਼ਬਦ ਜੋੜਾਂ ਤੋਂ ਸੰਬੰਧਿਤ ਇੱਕ ਨਿਯਮ, ਪੰਜਾਬੀ ਸ਼ਬਦਾਵਲੀ ਵਿੱਚ ਰਣ ਅਤੇ ਇਸ ਤੋਂ ਬਣਨ ਵਾਲੇ ਹੋਰ ਸ਼ਬਦਾਂ ਨੂੰ ਛੱਡ ਕੇ, ਜਿਵੇਂ ਰਨ ਤੋਂ ਰਣਜੋਧ, ਰਣਜੀਤ ਸ਼ਬਦ ਬਣੇ ਹਨ। ਰਾਰਾ ਮੁਕਤਾ ਤੋਂ ਬਾਅਦ ਨਾਣੇ ਦੀ ਵਰਤੋਂ ਨਹੀਂ ਹੁੰਦੀ, ਨੰਨਾ ਹੀ ਵਰਤਿਆ ਜਾਂਦਾ ਹੈ। ਰਾਰਾ ਮੁਕਤਾ ਤੋਂ ਭਾਵ ਹੈ ਕਿ ਰਾਰਾ ਮੁਕਤ ਰੂਪ ਵਿੱਚ ਹੋਵੇ, ਰਾਰੇ ਨੂੰ ਕੋਈ ਮਾਤਰਾ ਨਾ ਲੱਗੀ ਹੋਵੇ। ਜਿਵੇਂ ਵਿਆਕਰਨ, ਉਚਾਰਨ, ਵਰਨ, ਉਦਾਹਰਨ, ਇਹਨਾਂ ਸਾਰਿਆਂ ਦੇ ਵਿੱਚ ਰਾਰਾ ਸ਼ਬਦ ਮੁਕਤਾ ਰੂਪ ਦੇ ਵਿੱਚ ਹੈ
ਕੋਈ ਮਾਤਰਾ ਨਹੀਂ ਲੱਗੀ ਹੋਈ, ਇਸੇ ਲਈ ਅਸੀਂ ਨਾਣੇ ਦੀ ਵਰਤੋਂ ਨਾ ਕਰਕੇ ਨੰਨੇ ਦੀ ਵਰਤੋਂ ਕੀਤੀ ਹੈ। ਤਾਂ ਇਹ ਸ਼ਬਦ ਜੋੜਾਂ ਤੋਂ ਸੰਬੰਧਿਤ ਨਿਯਮ ਹੈ ਜਿਹੜਾ ਉਹ ਤੁਹਾਨੂੰ ਲਿੰਗ ਬਦਲੀ ਦੇ ਵਿੱਚ ਕਿਵੇਂ ਸਹਾਇਤਾ ਕਰੂਗਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਪੰਜਾਬੀ ਸ਼ਬਦਾਵਲੀ ਦੇ ਵਿੱਚ ਲਿੰਗ ਬਦਲੀ ਦੇ ਕੋਈ ਨਿਸ਼ਚਿਤ ਨਿਯਮ ਨਹੀਂ ਹਨ, ਪਰ ਅਸੀਂ ਸ਼ਬਦ ਜੋੜਾਂ ਤੋਂ ਭਲੀ ਭਾਂਤੀ ਅਗਰ ਜਾਣੂ ਹੋਈਏ ਤਾਂ ਸਾਡਾ ਲਿੰਗ ਬਦਲੀ ਵਾਲਾ ਪ੍ਰਸ਼ਨ ਵੀ ਸਹੀ ਹੋ ਸਕਦਾ ਹੈ। ਇਹ ਪ੍ਰਸ਼ਨ ਕਿਵੇਂ ਸਹੀ ਹੋ ਸਕਦਾ ਹੈ? ਜਿਵੇਂ ਅਸੀਂ ਸ਼ੇਰ ਸ਼ਬਦ ਦੀ ਲਿੰਗ ਬਦਲੀ ਕਰਨੀ ਹੋਵੇ ਤਾਂ ਅਸੀਂ ਉੱਥੇ ਅਣਜਾਣਪੁਣੇ 'ਚ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ। ਅਤੇ ਆਪਣਾ ਇਹ ਜੋ ਨਿਯਮ ਹੈ, ਅਸੀਂ ਹੁਣੇ ਗੱਲ ਕੀਤੀ ਹੈ ਕਿ ਰਾਰਾ ਮੁਕਤਾ ਤੋਂ ਬਾਅਦ ਨਾਣੇ ਦੀ ਵਰਤੋਂ ਨਹੀਂ ਹੁੰਦੀ, ਨੰਨੇ ਦੀ ਵਰਤੋਂ ਹੁੰਦੀ ਹੈ। ਤਾਂ ਸਹੀ ਸ਼ਬਦ ਜੋੜ ਇਸ ਤਰੀਕੇ ਨਾਲ ਬਣਨਗੇ ਸ਼ੇਰਨੀ। ਇਸੇ ਤਰੀਕੇ ਨਾਲ ਸਰਦਾਰ ਸ਼ਬਦ ਦਾ ਇਸਤਰੀ ਲਿੰਗ ਸ਼ਬਦ ਬਣਾਉਣਾ ਹੋਵੇ ਤਾਂ ਅਗਰ ਸਾਨੂੰ ਸ਼ਬਦ ਜੋੜਾਂ ਦੀ ਸਹੀ ਜਾਣਕਾਰੀ ਨਾ ਹੋਵੇ ਤਾਂ ਹੋ ਸਕਦਾ ਅਸੀਂ ਆਹਾ ਰੂਪ ਵੀ ਬਣਾ ਦਈਏ ਨਾਣੇ ਨੂੰ ਵਿਹਾਰੀ ਦੀ ਮਾਤਰਾ ਲਾ ਕੇ। ਪਰ ਅਸੀਂ ਇਸ ਨਿਯਮ ਦੇ ਰਾਹੀਂ ਸਿੱਖ ਚੁੱਕੇ ਹਾਂ ਕਿ ਰਾਰਾ ਮੁਕਤਾ ਤੋਂ ਬਾਅਦ ਨਾਣੇ ਦੀ ਵਰਤੋਂ ਨਹੀਂ ਹੁੰਦੀ, ਨੰਨੇ ਦੀ ਹੀ ਵਰਤੋਂ ਹੁੰਦੀ ਹੈ। ਤਾਂ ਸਰਦਾਰ ਸ਼ਬਦ ਦੇ ਇਸਤਰੀ ਲਿੰਗ ਸ਼ਬਦ ਇਸ ਤਰੀਕੇ ਨਾਲ ਬਣਨਗੇ ਸਰਦਾਰਨੀ। ਇਸ ਤਰੀਕੇ ਦੇ ਹੋਰ ਵੀਡੀਓ ਤੁਸੀਂ ਚਾਹੁੰਦੇ ਹੋ ਤਾਂ ਲਾਈਕ, ਸ਼ੇਅਰ, ਕਮੈਂਟ ਕਰਦੇ ਰਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।